ਅੱਜ ਅਸੀਂ ਪ੍ਰਾਇਸ਼ਚਿਤ ਦੇ ਦਿਨ ਦੀ ਪਵਿੱਤਰ ਸਭਾ ਵਿੱਚ ਆਏ ਹਾਂ। ਮੈਨੂੰ ਆਸ ਹੈ ਕਿ ਸਿਯੋਨ ਵਿੱਚ ਸਾਡੇ ਪਰਿਵਾਰ ਦੇ ਸਾਰੇ ਮੈਂਬਰ ਪਰਮੇਸ਼ਵਰ ਤੋਂ ਪ੍ਰਾਇਸ਼ਚਿਤ ਦੀ ਸ਼ਾਨਦਾਰ ਕਿਰਪਾ ਪ੍ਰਾਪਤ ਕਰਨ। ਪਰਮੇਸ਼ਵਰ ਤੁਹਾਨੂੰ ਪਰਬ ਦੇ ਦੌਰਾਨ ਭਰਪੂਰ ਆਸ਼ੀਸ਼ ਦੇਣ। ਸਵੇਰ ਦੀ ਆਰਾਧਨਾ ਤੋਂ ਬਾਅਦ ਇਸ ਦੁਪਹਿਰ ਦੀ ਆਰਾਧਨਾ ਦੌਰਾਨ ਵੀ ਆਓ ਅਸੀਂ ਸਾਡੇ ਪਾਪਾਂ ਦਾ ਪ੍ਰਾਇਸ਼ਚਿਤ ਕਰਨ ਲਈ ਪਰਮੇਸ਼ਵਰ ਦੇ ਡੂੰਘੇ ਅਤੇ ਬੇਅੰਤ ਰਹਿਮ ਦੇ ਬਾਰੇ ਸੋਚਣਾ ਜਾਰੀ ਰੱਖੀਏ। ਅੱਜ ਆਓ ਅਸੀਂ ਸੋਚੀਏ ਕਿ ਪਹਿਲੇ ਚਰਚ ਦਾ ਵਿਸ਼ਵਾਸ ਇੰਨੀ ਤੇਜ਼ੀ ਨਾਲ ਕਿਵੇਂ ਵਧਿਆ। ਜਦੋਂ ਸੰਤਾਂ ਨੇ ਮਸੀਹ ਦੇ ਬਲੀਦਾਨ ਨੂੰ ਪੂਰੀ ਤਰ੍ਹਾਂ ਮਹਿਸੂਸ ਕੀਤਾ ਜੋ ਸਲੀਬ ਉੱਤੇ ਮਰ ਗਏ ਸੀ, ਫਿਰ ਪਹਿਲੇ ਚਰਚ ਦੀ ਖੁਸ਼ਖਬਰੀ ਦਾ ਕੰਮ ਬਹੁਤ ਪ੍ਰਸਿੱਧ ਹੋਇਆ। ਆਓ ਅਸੀਂ ਇਸ ਮਾਮਲੇ ਬਾਰੇ ਅਧਿਐਨ ਕਰਨ ਦਾ ਕੁਝ ਸਮਾਂ ਲਈਏ। ਅੱਜ ਦੇ ਉਪਦੇਸ਼ ਦਾ ਸਿਰਲੇਖ ਹੈ, ਕੌਣ ਸਾਨੂੰ ਮਸੀਹ ਦੇ ਪਿਆਰ ਤੋਂ ਅੱਡ ਕਰੇਗਾ। ਆਓ ਅਸੀਂ ਰੋਮੀਆਂ ਅਧਿਆਇ 8 ਉੱਤੇ ਇੱਕ ਨਜ਼ਰ ਪਾਈਏ। ਰਸੂਲ ਪੌਲੁਸ ਨੇ ਸਲੀਬ ਦੇ ਜ਼ਰੀਏ ਦਿਖਾਏ ਗਏ ਮਸੀਹ ਦੇ ਡੂੰਘੇ ਪਿਆਰ ਅਤੇ ਬਲੀਦਾਨ ਨੂੰ ਮਹਿਸੂਸ ਕੀਤਾ। ਆਓ ਅਸੀਂ ਵਚਨ 33 ਵਿੱਚ ਉਸ ਦ੍ਰਿਸ਼ ਨੂੰ ਦੇਖੀਏ ਜਿਸ ਵਿੱਚ ਉਸਨੇ ਰੋਮ ਦੇ ਸੰਤਾਂ ਨੂੰ ਜੋਸ਼ ਨਾਲ ਸਮਝਾਇਆ ਸੀ ਕਿ ਨਾ ਕੋਈ ਸ੍ਰਿਸ਼ਟੀ ਸਾਨੂੰ ਮਸੀਹ ਦੇ ਪਿਆਰ ਤੋਂ ਅੱਡ ਕਰ ਸਕਦੀ ਹੈ। ਰੋਮੀਆਂ ਅਧਿਆਇ 8 ਵਚਨ 33। ਪਰਮੇਸ਼ਵਰ ਦੇ ਚੁਣਿਆ ਹੋਇਆਂ ਦੇ ਉੱਤੇ ਕੌਣ ਦਾਅਵਾ ਕਰੇਗਾ? ਪਰਮੇਸ਼ਵਰ ਹੀ ਹੈ ਜਿਹੜਾ ਧਰਮੀ ਠਹਿਰਾਉਂਦਾ ਹੈ। ਉਹ ਕੌਣ ਹੈ ਜੋ ਸਜ਼ਾ ਦਾ ਹੁਕਮ ਦੇਵੇਗਾ? ਮਸੀਹ ਯੀਸ਼ੂ ਹੀ ਹੈ ਜਿਹੜਾ ਮਰ ਗਿਆ, ਹਾਂ ਸਗੋਂ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ, ਜਿਹੜਾ ਪਰਮੇਸ਼ਵਰ ਦੇ ਸੱਜੇ ਪਾਸੇ ਹੈ ਅਤੇ ਸਾਡੇ ਲਈ ਸਿਫਾਰਿਸ਼ ਕਰਦਾ ਹੈ। ਕੌਣ ਸਾਨੂੰ ਮਸੀਹ ਦੇ ਪਿਆਰ ਤੋਂ ਅੱਡ ਕਰੇਗਾ? ਕੀ ਬਿਪਤਾ ਜਾਂ ਕਸ਼ਟ ਜਾਂ ਹਨੇਰ ਜਾਂ ਕਾਲ ਜਾਂ ਨੰਗ ਜਾਂ ਭੋਜਲ ਜਾਂ ਤਲਵਾਰ? ਜਿਵੇਂ ਲਿਖਿਆ ਹੋਇਆ ਹੈ, ਅਸੀਂ ਤੇਰੇ ਲਈ ਦਿਨ ਭਰ ਜਾਨੋਂ ਮਾਰੇ ਜਾਂਦੇ ਹਾਂ, ਅਸੀਂ ਕੋਈਆਂ ਜਾਣ ਵਾਲੀਆਂ ਭੇਡਾਂ ਦੇ ਤੁਲ ਗਿਣੇ ਜਾਂਦੇ ਹਾਂ। ਸਗੋਂ ਇਹਨਾਂ ਸਭਨਾਂ ਗੱਲਾਂ ਵਿੱਚ ਉਹਦੇ ਦੁਆਰਾ ਜਿਨੇ ਸਾਡੇ ਨਾਲ ਪ੍ਰੇਮ ਕੀਤਾ ਸੀ, ਅਸੀਂ ਹੱਦੋਂ ਵੱਧ ਫਤਿਹ ਪਾਉਂਦੇ ਹਾਂ। ਕਿਉਂ ਜੋ ਮੈਨੂੰ ਪ੍ਰਤੀਤ ਹੈ, ਪਈ ਨਾ ਮੌਤ, ਨਾ ਜੀਵਨ, ਨਾ ਦੂਤ, ਨਾ ਹੁਕੂਮਤਾਂ, ਨਾ ਵਰਤਮਾਨ ਵਸਤਾਂ, ਨਾ ਹੋਣ ਵਾਲੀਆਂ ਵਸਤਾਂ, ਨਾ ਸ਼ਕਤੀਆਂ, ਨਾ ਉਚਾਈ, ਨਾ ਡੂੰਘਾਈ, ਨਾ ਕੋਈ ਹੋਰ ਸ੍ਰਿਸ਼ਟੀ ਪਰਮੇਸ਼ਵਰ ਦੇ ਉਸ ਪ੍ਰੇਮ ਤੋਂ ਜਿਹੜਾ ਮਸੀਹ ਯੀਸ਼ੂ ਸਾਡੇ ਪ੍ਰਭੂ ਵਿੱਚ ਹੈ ਸਾਨੂੰ ਅੱਡ ਕਰ ਸਕੇਗੀ। ਰੋਮ ਵਿੱਚ ਚਰਚ ਨੂੰ ਲਿਖੇ ਪੱਤਰਾਂ ਵਿੱਚੋਂ ਰਸੂਲ ਪੌਲੁਸ ਨੇ ਪਰਮੇਸ਼ਵਰ ਦੇ ਪ੍ਰਤੀ ਆਪਣਾ ਵਿਸ਼ਵਾਸ ਕਬੂਲ ਕੀਤਾ ਅਤੇ ਲਿਖਿਆ, ਨਾ ਕੋਈ ਹੋਰ ਸ੍ਰਿਸ਼ਟੀ ਪਰਮੇਸ਼ਵਰ ਦੇ ਉਸ ਪ੍ਰੇਮ ਤੋਂ ਜਿਹੜਾ ਮਸੀਹ ਯੀਸ਼ੂ ਸਾਡੇ ਪ੍ਰਭੂ ਵਿੱਚ ਹੈ ਸਾਨੂੰ ਅੱਡ ਕਰ ਸਕੇਗੀ। ਕਿਉਂਕਿ ਪਹਿਲੇ ਚਰਚ ਦੇ ਮੈਂਬਰਾਂ ਨੇ ਸਲੀਬ ਤੇ ਮਸੀਹ ਦੇ ਬਲੀਦਾਨ ਦੇ ਮਤਲਬ ਨੂੰ ਡੂੰਘਾਈ ਨਾਲ ਸਮਝਿਆ ਕਿ ਉਹ ਰੋਮਨ ਸਾਮਰਾਜ ਤੋਂ ਗੰਭੀਰ ਅਤਿਆਚਾਰ, ਰੁਕਾਵਟ ਅਤੇ ਅਪਮਾਨ ਦੇ ਬਾਵਜੂਦ ਆਪਣੇ ਵਿਸ਼ਵਾਸ ਨੂੰ ਅੰਤ ਤੱਕ ਕਾਇਮ ਨਹੀਂ ਰੱਖ ਸਕੇ। ਪਹਿਲੇ ਚਰਚ ਦੇ ਮੈਂਬਰਾਂ ਨੂੰ ਪਰਮੇਸ਼ਵਰ ਦੇ ਪਵਿੱਤਰ ਪਿਆਰ ਨੂੰ ਮਹਿਸੂਸ ਹੋਇਆ ਜਿਨ੍ਹਾਂ ਨੇ ਆਪਣਾ ਲਹੂ ਸਲੀਬ ਉੱਤੇ ਵਹਾਇਆ ਸੀ। ਰਸੂਲਾਂ ਦੀ ਇਸ ਤਰ੍ਹਾਂ ਦੀ ਮਾਨਸਿਕਤਾ ਅਤੇ ਵਿਸ਼ਵਾਸ ਨੂੰ ਸਮਝਦੇ ਹੋਏ ਆਓ ਅਸੀਂ ਉਸ ਰਾਹ ਉੱਤੇ ਨਜ਼ਰ ਪਾਈਏ ਜਿਸ ਤੇ ਉਹਨਾਂ ਨੇ ਆਪਣੇ ਪੂਰੇ ਵਿਸ਼ਵਾਸ ਦੇ ਜੀਵਨ ਵਿੱਚ ਚੱਲਿਆ। ਆਓ ਅਸੀਂ ਰਸੂਲਾਂ ਦੇ ਕੰਮ ਅਧਿਆਇ 20 ਉੱਤੇ ਜਾਈਏ। ਰਸੂਲਾਂ ਦੇ ਕੰਮ ਅਧਿਆਇ 20 ਵਚਨ 22। ਹੁਣ ਵੇਖੋ, ਮੈਂ ਆਤਮਾ ਦਾ ਬੱਧਾ ਹੋਇਆ ਯਰੂਸ਼ਲਮ ਨੂੰ ਜਾਂਦਾ ਹਾਂ ਅਤੇ ਮੈਂ ਨਹੀਂ ਜਾਣਦਾ ਜੋ ਉੱਥੇ ਮੇਰੇ ਉੱਤੇ ਕੀ ਬੀਤੇਗਾ, ਪਰ ਇੰਨਾ ਜਾਣਦਾ ਹਾਂ ਭਾਈ ਪਵਿੱਤਰ ਆਤਮਾ ਹਰ ਇੱਕ ਨਗਰ ਵਿੱਚ ਮੈਨੂੰ ਇਹ ਕਹਿ ਕੇ ਸਾਖੀ ਦਿੰਦਾ ਹੈ ਜੋ ਬੰਧਨ ਅਤੇ ਬਿਪਤਾ ਤੇਰੇ ਲਈ ਤਿਆਰ ਹਨ। ਬੰਧਨ ਅਤੇ ਬਿਪਤਾ ਦੇ ਖਤਰੇ ਦੇ ਬਾਵਜੂਦ ਪੌਲੁਸ ਨੇ ਉਹਨਾਂ ਹਾਲਾਤਾਂ ਅੱਗੇ ਗੋਡੇ ਨਹੀਂ ਟੇਕੇ ਪਰ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਇਸ ਉੱਤੇ ਕਾਬੂ ਪਾ ਲਿਆ। ਵਚਨ 24। ਪਰੰਤੂ ਮੈਂ ਆਪਣੇ ਲਈ ਆਪਣੀ ਜਾਨ ਨੂੰ ਕਿਸੇ ਤਰ੍ਹਾਂ ਪਿਆਰੀ ਨਹੀਂ ਸਮਝਦਾ ਤਾਂ ਜੋ ਮੈਂ ਆਪਣੀ ਦੌੜ ਨੂੰ ਅਤੇ ਉਸ ਟਹਿਲ ਨੂੰ ਪੂਰੀ ਕਰਾਂ ਜਿਹੜੀ ਮੈਂ ਪਰਮੇਸ਼ਵਰ ਦੀ ਕਿਰਪਾ ਦੀ ਖੁਸ਼ਖਬਰੀ ਉੱਤੇ ਸਾਖੀ ਹੋਣ ਲਈ ਪ੍ਰਭੂ ਯੀਸ਼ੂ ਤੋਂ ਪਾਈ ਸੀ। ਫਿਰ ਪਹਿਲੇ ਚਰਚ ਦੇ ਮੈਂਬਰ ਇਸ ਤਰ੍ਹਾਂ ਦਾ ਵਿਸ਼ਵਾਸ ਕਿਵੇਂ ਰੱਖ ਸਕੇ? ਸਾਨੂੰ ਉਸ ਪ੍ਰੇਰਨਾ ਅਤੇ ਹਾਲਾਤਾਂ ਨੂੰ ਸਮਝਣ ਦੀ ਲੋੜ ਹੈ ਜਿਸ ਕਰਕੇ ਉਹ ਇਸ ਤਰ੍ਹਾਂ ਦਾ ਵਿਸ਼ਵਾਸ ਰੱਖ ਸਕੇ।
ਆਓ ਅਸੀਂ ਰਸੂਲਾਂ ਦੇ ਕਰਤੱਵ ਅਧਿਆਇ 21 ਉੱਤੇ ਜਾਈਏ। ਰਸੂਲਾਂ ਦੇ ਕਰਤੱਵ ਅਧਿਆਇ 21 ਵਚਨ 10। ਅਤੇ ਜਾਂ ਅਸੀਂ ਕਈ ਦਿਨ ਉੱਥੇ ਠਹਿਰੇ ਤਾਂ ਅਗਬੁਸ ਨਾਮ ਦਾ ਇੱਕ ਨਬੀ ਯਹੂਦੀਆ ਤੋਂ ਉੱਤਰ ਆਇਆ। ਉਹਨੇ ਸਾਡੇ ਕੋਲ ਆਣ ਕੇ ਪੌਲੁਸ ਦਾ ਕਮਰ ਪਟਕਾ ਚੁੱਕ ਲਿਆ ਤੇ ਆਪਣੇ ਹੱਥ ਪੈਰ ਬੰਨ੍ਹ ਕੇ ਕਿਹਾ, ਪਵਿੱਤਰ ਆਤਮਾ ਇਉਂ ਆਖਦਾ ਹੈ, ਭਾਈ ਯਹੂਦੀ ਲੋਕ ਯਰੂਸ਼ਲਮ ਵਿੱਚ ਇਸ ਮਨੁੱਖ ਨੂੰ ਜਿਹਦਾ ਇਹ ਪਟਕਾ ਹੈ ਇਸੇ ਤਰ੍ਹਾਂ ਬੰਨਣਗੇ ਅਤੇ ਪਰਾਈਆਂ ਕੌਮਾਂ ਦੇ ਹੱਥ ਵਿੱਚ ਹਵਾਲੇ ਕਰਨਗੇ। ਜਾਂ ਇਹ ਗੱਲਾਂ ਸੁਣੀਆਂ ਤਾਂ ਅਸਾਂ ਅਤੇ ਉੱਥੇ ਦੇ ਰਹਿਣ ਵਾਲਿਆਂ ਨੇ ਵੀ ਉਹਦੀ ਮਿੰਨਤ ਕੀਤੀ, ਭਾਈ ਯਰੂਸ਼ਲਮ ਨੂੰ ਨਾ ਜਾਵੇ। ਤਦ ਪੌਲੁਸ ਨੇ ਉੱਤਰ ਦਿੱਤਾ, ਇਹ ਤੁਸੀਂ ਕੀ ਕਰਦੇ ਹੋ ਜੋ ਰੋਂਦੇ ਅਤੇ ਮੇਰਾ ਦਿਲ ਤੋੜਦੇ ਹੋ? ਕਿਉਂ ਜੋ ਮੈਂ ਪ੍ਰਭੂ ਯੀਸ਼ੂ ਦੇ ਨਾਮ ਦੇ ਬਦਲੇ ਯਰੂਸ਼ਲਮ ਵਿੱਚ ਨਿਰਾ ਬੰਨੇ ਜਾਣ ਨੂੰ ਹੀ ਨਹੀਂ ਸਗੋਂ ਮਰਨ ਨੂੰ ਵੀ ਤਿਆਰ ਹਾਂ। ਅਧਿਆਇ 20 ਅਤੇ ਅਧਿਆਇ 21 ਵਿੱਚ ਵਚਨਾਂ ਨੂੰ ਦੇਖਦੇ ਹੋਏ ਅਸੀਂ ਉਸ ਰਵੱਈਏ ਅਤੇ ਮਾਨਸਿਕਤਾ ਦੀ ਝਲਕ ਦੇਖ ਸਕਦੇ ਹਾਂ ਜੋ ਪਹਿਲੇ ਚਰਚ ਦੇ ਮੈਂਬਰਾਂ ਦੇ ਕੋਲ ਸੀ। ਜਦੋਂ ਉਹਨਾਂ ਨੇ ਮਸੀਹ ਦੁਆਰਾ ਦਿੱਤੇ ਗਏ ਮਿਸ਼ਨ ਦਾ ਪਾਲਨ ਕੀਤਾ, ਉਸ ਜੋਸ਼ੀਲੀ ਮਾਨਸਿਕਤਾ ਅਤੇ ਵਿਸ਼ਵਾਸ ਦਾ ਸੋਤਾ ਕੀ ਸੀ ਜੋ ਪਹਿਲੇ ਚਰਚ ਦੇ ਮੈਂਬਰਾਂ ਕੋਲ ਸੀ? ਕੀ ਇਸ ਗੱਲ ਦਾ ਸਪਸ਼ਟੀਕਰਨ ਨਹੀਂ ਹੋਣਾ ਚਾਹੀਦਾ ਕਿ ਉਹਨਾਂ ਦੇ ਕੋਲ ਇਸ ਤਰ੍ਹਾਂ ਦਾ ਵਿਸ਼ਵਾਸ ਕਿਵੇਂ ਆਇਆ? ਜੇਕਰ ਉਹ ਸਿਰਫ ਇਸ ਲਈ ਪ੍ਰਚਾਰ ਕਰਦੇ ਸੀ ਕਿਉਂਕਿ ਦੂਸਰੇ ਅਜਿਹਾ ਕਰ ਰਹੇ ਹਨ, ਫਿਰ ਉਹ ਲੰਬੇ ਸਮੇਂ ਤੱਕ ਨਾ ਟਿਕਦੇ। ਹਾਲਾਂਕਿ ਪਹਿਲੇ ਚਰਚ ਦੇ ਸੰਤਾਂ ਨੇ ਇਸ ਲਈ ਪ੍ਰਚਾਰ ਕੀਤਾ ਕਿਉਂ ਜੋ ਉਹ ਪਰਮੇਸ਼ਵਰ ਦੇ ਬਲੀਦਾਨ ਨੂੰ ਪੂਰੀ ਤਰ੍ਹਾਂ ਸਮਝਣ ਅਤੇ ਮਹਿਸੂਸ ਕਰਨ ਵਿੱਚ ਸਮਰਥੀ ਸੀ। ਸਾਡੇ ਪਾਪਾਂ ਦਾ ਪ੍ਰਾਇਸ਼ਚਿਤ ਕਰਨ ਲਈ ਪਰਮੇਸ਼ਵਰ ਸਵਰਗ ਵਿੱਚ ਆਪਣੇ ਸ਼ਾਨਦਾਰ ਸਿੰਘਾਸਨ ਨੂੰ ਪਿੱਛੇ ਛੱਡ ਕੇ ਧਰਤੀ ਉੱਤੇ ਆਏ ਅਤੇ ਸਲੀਬ ਉੱਤੇ ਉਹਨਾਂ ਦਾ ਅਪਮਾਨ ਕੀਤਾ ਗਿਆ। ਜੇਕਰ ਉਹਨਾਂ ਦੀ ਸ਼ਕਤੀ ਹਾਲਾਤਾਂ ਨੂੰ ਬਦਲਣ ਲਈ ਕਾਫੀ ਸੀ, ਉਹਨਾਂ ਨੇ ਆਜ਼ਾਦੀ ਨਾਲ ਉਸ ਰਾਹ ਨੂੰ ਚੁਣਿਆ ਅਤੇ ਸਾਨੂੰ ਬਚਾਉਣ ਲਈ ਦੁਖੀ ਹੋਏ। ਪਰਮੇਸ਼ਵਰ ਦੀ ਸ਼ਾਨਦਾਰ ਕਿਰਪਾ ਅਤੇ ਇਹ ਸਮਝਦੇ ਹੋਏ ਕਿ ਉਹਨਾਂ ਨੇ ਅਜਿਹਾ ਜੀਵਨ ਕਿਉਂ ਗੁਜ਼ਾਰਿਆ, ਪਹਿਲੇ ਚਰਚ ਦੇ ਸੰਤਾਂ ਨੇ ਸੰਸਾਰ ਨੂੰ ਬਚਾਉਣ ਲਈ ਮਸੀਹ ਦੇ ਮਿਸ਼ਨ ਵਿੱਚ ਉਤਸ਼ਾਹ ਨਾਲ ਭਾਗ ਲਿਆ। ਅਜਿਹਾ ਕੁਝ ਵੀ ਨਹੀਂ ਸੀ ਜੋ ਉਹਨਾਂ ਦੇ ਵਿਸ਼ਵਾਸ ਦੇ ਉਤਸ਼ਾਹ ਨੂੰ ਰੋਕ ਸਕਿਆ। ਉਹਨਾਂ ਦਾ ਮਖੌਲ ਉਡਾਇਆ ਗਿਆ, ਉਹਨਾਂ ਨੂੰ ਜੇਲ੍ਹ ਵਿੱਚ ਸੁੱਟਿਆ ਗਿਆ, ਜੰਜੀਰਾਂ ਵਿੱਚ ਬੰਨ੍ਹਿਆ ਗਿਆ, ਪੱਥਰਬਾਜ਼ੀ ਕੀਤੀ ਗਈ, ਇੱਥੋਂ ਤੱਕ ਕਿ ਉਹ ਤਲਵਾਰ ਨਾਲ ਮਾਰੇ ਗਏ। ਕਈ ਵਾਰੀ ਉਹਨਾਂ ਨੂੰ ਭੇਡਾਂ ਜਾਂ ਬੱਕਰੀਆਂ ਦੇ ਚਮੜੇ ਪਹਿਨਾਏ ਜਾਂਦੇ ਅਤੇ ਉਹਨਾਂ ਨੂੰ ਰੋਮ ਦੇ ਕਲੋਜ਼ੀਅਮ ਵਿੱਚ ਸ਼ੇਰ ਦੇ ਨੇੜੇ ਸੁੱਟ ਦਿੱਤਾ ਜਾਂਦਾ ਸੀ। ਰੋਮਨ ਸਿਪਾਹੀਆਂ ਨੇ ਉਹਨਾਂ ਨੂੰ ਕੁੰਡੀਆਂ ਤੇ ਲਟਕਾਇਆ, ਉਹਨਾਂ ਤੇ ਤੇਲ ਪਾਇਆ ਅਤੇ ਫਿਰ ਉਹਨਾਂ ਨੂੰ ਮਨੁੱਖੀ ਮੋਮਬੱਤੀਆਂ ਦੀ ਤਰ੍ਹਾਂ ਪੈਰਾਂ ਤੇ ਅੱਗ ਲਗਾ ਦਿੱਤੀ। ਉਹਨਾਂ ਨੂੰ ਹਰ ਤਰ੍ਹਾਂ ਸਤਾਇਆ ਗਿਆ ਸੀ। ਫਿਰ ਵੀ ਕੁਝ ਵੀ ਪਹਿਲੇ ਚਰਚ ਦੇ ਸੰਤਾਂ ਤੇ ਵਿਸ਼ਵਾਸ ਨੂੰ ਨਹੀਂ ਰੋਕ ਸਕਿਆ। ਇਹ ਸਭ ਇਸ ਲਈ ਸੀ ਕਿਉਂਕਿ ਉਹ ਮਸੀਹ ਦੇ ਪ੍ਰਾਇਸ਼ਚਿਤ ਦੇ ਬਲੀਦਾਨ ਵਿੱਚ ਡੂੰਘੀ ਕਿਰਪਾ ਨੂੰ ਪੂਰੀ ਤਰ੍ਹਾਂ ਸਮਝਦੇ ਸੀ। ਉਹਨਾਂ ਨੂੰ ਅਸਲ 'ਚ ਮਹਿਸੂਸ ਹੋਇਆ। ਉਹਨਾਂ ਦੇ ਡੂੰਘੇ ਮਹਿਸੂਸ ਕਰਨ ਕਰਕੇ ਉਹ ਅਜਿਹਾ ਵਿਸ਼ਵਾਸ ਰੱਖਣ ਵਿੱਚ ਸਮਰਥੀ ਹੋ ਸਕੇ। ਹਾਲਾਂਕਿ ਇੱਕ ਬਨਾਵਟੀ ਵਿਸ਼ਵਾਸ ਲੰਬੇ ਸਮੇਂ ਤੱਕ ਨਹੀਂ ਰਹਿ ਸਕਦਾ। ਇਸ ਤਰ੍ਹਾਂ ਸਾਨੂੰ ਪਹਿਲਾਂ ਪਰਮੇਸ਼ਵਰ ਦੇ ਪਿਆਰ ਨੂੰ ਸਮਝਣਾ ਅਤੇ ਮਹਿਸੂਸ ਕਰਨਾ ਚਾਹੀਦਾ ਹੈ। ਆਓ ਅਸੀਂ ਇਬਰਾਨੀਆਂ ਅਧਿਆਇ 12 ਵਚਨ 1 ਨਾਲ ਜਾਰੀ ਰੱਖੀਏ। ਉਪਰੰਤ ਜਦੋਂ ਗਵਾਹ ਦੇ ਇੰਨੇ ਵੱਡੇ ਬੱਦਲ ਨੇ ਸਾਨੂੰ ਘੇਰਿਆ ਹੋਇਆ ਹੈ, ਤਾਂ ਆਓ ਅਸੀਂ ਵੀ ਹਰੇਕ ਪਾਰ ਅਤੇ ਉਸ ਪਾਪ ਨੂੰ ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ ਪਰੇ ਸੁੱਟ ਕੇ ਉਸ ਦੌੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜੀਏ ਅਤੇ ਯੀਸ਼ੂ ਦੀ ਵੱਲ ਤੱਕਦੇ ਰਹੀਏ ਜਿਹੜਾ ਨੇਚਾ ਦਾ ਕਰਤਾ ਅਤੇ ਸੰਪੂਰਨ ਕਰਨ ਵਾਲਾ ਹੈ। ਸਾਡੇ ਕੋਲ ਮਸੀਹ ਨੂੰ ਸਹੀ ਢੰਗ ਨਾਲ ਦੇਖਣ ਦੀਆਂ ਅੱਖਾਂ ਹੋਣੀਆਂ ਚਾਹੀਦੀਆਂ ਜੋ ਸਾਨੂੰ ਬਚਾਉਣ ਲਈ ਧਰਤੀ ਉੱਤੇ ਆਏ। ਜਦੋਂ ਅਸੀਂ ਮਸੀਹ ਦੇ ਬਲੀਦਾਨ ਦੇ ਜੀਵਨ ਬਾਰੇ ਸਮਝਾਂਗੇ, ਫਿਰ ਅਸੀਂ ਵੀ ਉਸੇ ਤਰ੍ਹਾਂ ਵਿਸ਼ਵਾਸ ਰੱਖ ਸਕਦੇ ਹਾਂ ਜੋ ਪਹਿਲੇ ਚਰਚ ਦੇ ਮੈਂਬਰਾਂ ਕੋਲ ਸੀ। ਅਸੀਂ ਵੀ ਮੁਸੀਬਤਾਂ, ਪਰੇਸ਼ਾਨੀਆਂ ਜਾਂ ਅਜਮਾਇਸ਼ਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਜਾਰੀ ਰੱਖਣ 'ਚ ਸਮਰਥੀ ਹੋਵਾਂਗੇ। ਆਓ ਅਸੀਂ ਵਚਨ 2 ਨਾਲ ਜਾਰੀ ਰੱਖੀਏ ਅਤੇ ਯੀਸ਼ੂ ਦੀ ਵੱਲ ਤੱਕਦੇ ਰਹੀਏ ਜਿਹੜਾ ਨੇਚਾ ਦਾ ਕਰਤਾ ਤੇ ਸੰਪੂਰਨ ਕਰਨ ਵਾਲਾ ਹੈ, ਜਿਨੇ ਉਸ ਆਨੰਦ ਨਮਿਤ ਜੋ ਉਹਦੇ ਅੱਗੇ ਤਰਿਆ ਹੋਇਆ ਸੀ ਲਾਜ ਨੂੰ ਤੁੱਛ ਜਾਣ ਕੇ ਸਲੀਬ ਦਾ ਕੀ ਕੀਤਾ। ਉਹਨਾਂ ਨੇ ਸਲੀਬ ਦਾ ਦੁੱਖ ਚੱਲਿਆ ਕਿਉਂਕਿ ਇਹੀ ਉਹਨਾਂ ਦੀਆਂ ਪਿਆਰੀਆਂ ਸੰਤਾਨਾਂ ਨੂੰ ਪਾਪਾਂ ਦੀ ਮਾਫੀ ਦੇ ਕੇ ਬਚਾਉਣ ਅਤੇ ਛੁਡਾਉਣ ਦਾ ਇੱਕੋ ਰਾਹ ਸੀ। ਲਾਜ ਨੂੰ ਤੁੱਛ ਜਾਣ ਕੇ ਸਲੀਬ ਦਾ ਦੁੱਖ ਚੱਲਿਆ ਅਤੇ ਪਰਮੇਸ਼ਵਰ ਦੇ ਸਿੰਘਾਸਨ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ। ਤੁਸੀਂ ਉਹਨੂੰ ਸੋਚੋ ਜਿਨੇ ਆਪਣੇ ਉੱਤੇ ਪਾਪੀਆਂ ਦੀ ਏਡੀ ਲਾਗਬਾਜੀ ਸਹਿ ਲਈ। ਭਾਈ ਨਾ ਹੋਵੇ ਜੋ ਤੁਸੀਂ ਅੱਕ ਕੇ ਆਪਣੇ ਜੀਵ ਵਿੱਚ ਢਿੱਲੇ ਪੈ ਜਾਓ। ਤੁਸੀਂ ਪਾਪ ਨਾਲ ਲੜਦੇ ਹੋਏ ਅਜੇ ਲਹੂ ਦੇ ਵਾਹੇ ਜਾਣ ਤੀਕਰ ਸਾਹਮਣਾ ਨਹੀਂ ਕੀਤਾ ਅਤੇ ਤੁਸੀਂ ਉਸ ਉਪਦੇਸ਼ ਨੂੰ ਭੁੱਲ ਗਏ ਜਿਸ ਤੋਂ ਤੁਹਾਨੂੰ ਪੁੱਤਰਾਂ ਵਾਂਗੂ ਸਮਝਾਈਦਾ ਹੈ। ਹੇ ਮੇਰੇ ਪੁੱਤਰ, ਤੂੰ ਪ੍ਰਭੂ ਦੀ ਤਾੜ ਨੂੰ ਤੁੱਛ ਨਾ ਜਾਣ ਅਤੇ ਜਾਂ ਉਹ ਤੈਨੂੰ ਝਿੜਕੇ
ਤਾਂ ਅੱਕ ਨਾ ਜਾਈਂ। ਜੇਕਰ ਮਨੁੱਖ ਜਾਤੀ ਮਸੀਹ ਦੇ ਬਲੀਦਾਨ ਬਾਰੇ ਪੂਰੀ ਤਰ੍ਹਾਂ ਸਮਝੇ ਜੋ ਇਹਨਾਂ ਵਚਨਾਂ ਵਿੱਚ ਲਿਖਿਆ ਗਿਆ ਹੈ, ਫਿਰ ਉਹ ਆਪਣੇ ਵਿਸ਼ਵਾਸ ਦੇ ਜੀਵਨ ਵਿੱਚ ਕਿਸੇ ਵੀ ਦੁੱਖ, ਦਰਦ ਜਾਂ ਪਰੇਸ਼ਾਨੀ ਨੂੰ ਤੁੱਛ ਮੰਨਣਗੇ। ਸਾਡੇ ਪਾਪਾਂ ਦਾ ਪ੍ਰਾਇਸ਼ਚਿਤ ਕਰਨ ਲਈ ਸਵਰਗੀ ਪਿਤਾ ਅਤੇ ਮਾਤਾ ਜੀ ਨੇ ਸਲੀਬ ਦੇ ਦੁੱਖ ਨੂੰ ਸਹਿਨ ਕੀਤਾ। ਸਵਰਗ ਵਿੱਚ ਕੀਤੇ ਸਾਡੇ ਅਣਗਿਣਤ ਪਾਪਾਂ ਨੂੰ ਮਾਫ ਕਰਨ ਲਈ ਉਹ ਸਾਡੇ ਬਦਲੇ ਉਹਨਾਂ ਸਾਰੇ ਜਾਨਵਰਾਂ ਦੀ ਅਸਲੀਅਤ ਦੇ ਰੂਪ 'ਚ ਦੁਖੀ ਹੋਏ ਜਿਨ੍ਹਾਂ ਨੂੰ ਪੁਰਾਣੇ ਨੇਮ ਦੇ ਸਮੇਂ ਵਿੱਚ 1500 ਤੋਂ ਜ਼ਿਆਦਾ ਸਾਲਾਂ ਲਈ ਬਲੀਦਾਨ ਕੀਤਾ ਗਿਆ ਸੀ। ਇਸ ਪ੍ਰਾਇਸ਼ਚਿਤ ਦੇ ਦਿਨ ਦੇ ਜ਼ਰੀਏ ਜੇਕਰ ਅਸੀਂ ਵੀ ਪਿਤਾ ਅਤੇ ਮਾਤਾ ਜੀ ਦੇ ਇਸ ਡੂੰਘੇ ਪਿਆਰ ਅਤੇ ਬਲੀਦਾਨ ਨੂੰ ਮਹਿਸੂਸ ਕਰਾਂਗੇ, ਫਿਰ ਕਿ ਅਸੀਂ ਉਹਨਾਂ ਕੰਮਾਂ ਨੂੰ ਨਹੀਂ ਕਰ ਸਕਾਂਗੇ ਜੋ ਪਹਿਲੇ ਚੜ੍ਹਦੇ ਸੰਤਾਂ ਨੇ ਕੀਤੇ ਸੀ। ਅਸੀਂ ਪਹਿਲੇ ਚੜ੍ਹਦੇ ਸੰਤਾਂ ਵਾਂਗ ਵਿਸ਼ਵਾਸ ਕਿਉਂ ਨਹੀਂ ਰੱਖ ਸਕਾਂਗੇ? ਕੁਝ ਲੋਕ ਬਾਈਬਲ ਵਿੱਚ ਵਚਨਾਂ ਨੂੰ ਸ਼ਾਬਦਿਕ ਰੂਪ ਨਾਲ ਕਲਪਨਾ ਕਰਕੇ ਆਪਣੇ ਮਨ ਵਿੱਚ ਵਿਸ਼ਵਾਸ ਬਣਾਉਂਦੇ ਹਨ, ਪਰ ਜਦੋਂ ਉਹ ਅਸਲੀ ਹਾਲਾਤਾਂ ਦਾ ਸਾਹਮਣਾ ਕਰਦੇ ਹਨ, ਫਿਰ ਉਹਨਾਂ ਦਾ ਬਨਾਵਟੀ ਵਿਸ਼ਵਾਸ ਪੂਰੀ ਤਰ੍ਹਾਂ ਡਿੱਗ ਜਾਵੇਗਾ। ਇਹੀ ਕਾਰਨ ਹੈ ਕਿ ਪਹਿਲੇ ਚੜ੍ਹਦੇ ਸਾਰੇ ਸੰਤਾਂ ਨੇ ਮਸੀਹ ਦੇ ਦੁੱਖ ਵਿੱਚ ਭਾਗ ਲੈਣ ਦਾ ਬਹੁਤ ਮਾਣ ਕੀਤਾ ਅਤੇ ਇਸ ਨੂੰ ਇੱਕ ਮਹਾਨ ਆਦਰ ਦੇ ਰੂਪ ਵਿੱਚ ਮੰਨਿਆ। ਉਹ ਇਹ ਕਹਿੰਦੇ ਹੋਏ ਬਹੁਤ ਖੁਸ਼ ਹੋਏ, ਮੈਨੂੰ ਹੁਣ ਮਸੀਹ ਦੇ ਦੁੱਖ ਵਿੱਚ ਭਾਗ ਲੈਣ ਯੋਗ ਮੰਨਿਆ ਗਿਆ। ਆਓ ਅਸੀਂ ਪਹਿਲਾ ਪਤਰਸ ਅਧਿਆਇ 4 ਵਚਨ 1 ਨਾਲ ਜਾਰੀ ਰੱਖੀਏ। ਸੋ ਜਦੋਂ ਮਸੀਹ ਨੇ ਸਰੀਰ ਵਿੱਚ ਦੁੱਖ ਚੱਲਿਆ ਤਾਂ ਤੁਸੀਂ ਵੀ ਉਸੇ ਮਨਸ਼ਾ ਦੇ ਹਥਿਆਰ ਬਣੋ। ਇੱਥੇ ਕਿਹਾ ਗਿਆ ਹੈ ਕਿ ਦੁੱਖ ਸਾਡੇ ਵਿਸ਼ਵਾਸ ਦਾ ਹਥਿਆਰ ਹੈ, ਕਿਉਂਕਿ ਜਿਹਨੇ ਸਰੀਰ ਵਿੱਚ ਦੁੱਖ ਚੱਲਿਆ ਉਹ ਪਾਪ ਤੋਂ ਰਹਿਤ ਹੋਇਆ। ਭਾਈ ਤੁਸੀਂ ਅਗਾਹਾਂ ਨੂੰ ਮਨੁੱਖਾਂ ਦੀਆਂ ਕਾਮਨਾ ਦੇ ਅਨੁਸਾਰ ਨਹੀਂ, ਸਗੋਂ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਸਰੀਰ ਵਿੱਚ ਆਪਣੀ ਬਾਕੀ ਦੀ ਉਮਰ ਕੱਟੋ, ਕਿਉਂ ਜੋ ਬੀਤਿਆ ਹੋਇਆ ਸਮਾਂ ਪਰਾਈਆਂ ਕੌਮਾਂ ਦੀ ਮਨਸ਼ਾ ਨੂੰ ਪੂਰਾ ਕਰਨ ਨੂੰ ਬਥੇਰਾ ਸੀ, ਜਦੋਂ ਅਸੀਂ ਲੁਚਪੁਣਿਆਂ, ਕਾਮਨਾ, ਸ਼ਰਾਬ ਪੀਣ, ਨਾਚ ਰੰਗਾਂ, ਨਸ਼ੇਬਾਜ਼ੀਆਂ ਅਤੇ ਘਿਨੌਣੀਆਂ ਮੂਰਤੀ ਪੂਜਾ ਵਿੱਚ ਚੱਲਦੇ ਸਾਂ। ਕਿ ਇਸ ਦਾ ਮਤਲਬ ਇਹ ਨਹੀਂ ਕਿ ਸਾਨੂੰ ਅਤੀਤ ਦੇ ਜੀਵਨ ਨੂੰ ਤਿਆਗਣਾ ਚਾਹੀਦਾ ਹੈ, ਜਦੋਂ ਅਸੀਂ ਗੈਰ ਕੌਮਾਂ ਦੇ ਰੂਪ ਵਿੱਚ ਜੀਵਨ ਗੁਜ਼ਾਰਦੇ ਹੁੰਦੇ ਸੀ। ਵਚਨ 4, ਉਹ ਇਸ ਨੂੰ ਅਚਰਜ ਮੰਨਦੇ ਹਨ, ਭਾਈ ਤੁਸੀਂ ਉਸੇ ਅਤ ਬਦਚਲਨੀ ਵਿੱਚ ਉਹਨਾਂ ਦੇ ਨਾਲ ਨਹੀਂ ਖੇਡਦੇ, ਤਾਂ ਹੀ ਉਹ ਤੁਹਾਡੀ ਨਿੰਦਿਆ ਕਰਦੇ ਹਨ। ਉਹ ਉਸ ਨੂੰ ਲੇਖਾ ਦੇਣਗੇ ਜਿਹੜਾ ਜਿਉਂਦਿਆਂ ਅਤੇ ਮੁਰਦਿਆਂ ਦਾ ਨਿਆਂ ਕਰਨ ਨੂੰ ਤਿਆਰ ਹੈ, ਕਿਉਂ ਜੋ ਮੁਰਦਿਆਂ ਨੂੰ ਵੀ ਇੰਜੀਲ ਇਸੇ ਲਈ ਸੁਣਾਈ ਗਈ। ਭਾਈ ਸਰੀਰ ਕਰਕੇ ਉਹਨਾਂ ਦਾ ਨਿਆਂ ਤਾਂ ਮਨੁੱਖਾਂ ਦੇ ਅਨੁਸਾਰ ਹੋਵੇ, ਪਰ ਆਤਮਾ ਕਰਕੇ ਉਹ ਪਰਮੇਸ਼ਵਰ ਵਾਂਗੂ ਜਿਉਂਦੇ ਰਹਿਣ। ਪਰਮੇਸ਼ਵਰ ਨੇ ਸਾਨੂੰ ਇਹ ਕਹਿੰਦੇ ਹੋਏ ਜਾਗਰੂਕ ਕੀਤਾ ਕਿ ਸੋ ਜਦੋਂ ਮਸੀਹ ਨੇ ਸਰੀਰ ਵਿੱਚ ਦੁੱਖ ਚੱਲਿਆ ਤਾਂ ਤੁਸੀਂ ਵੀ ਉਸੇ ਮਨਸ਼ਾ ਦੇ ਹਥਿਆਰ ਬਣੋ। ਵਚਨ 12, ਹੇ ਪਿਆਰਿਓ, ਜਿਹੜੀ ਬਿਪਤਾ ਦਾ ਲਾਂਬੂ ਤੁਹਾਨੂੰ ਪਰਖਣ ਲਈ ਤੁਹਾਡੇ ਉੱਤੇ ਪਿਆ ਹੋਇਆ ਹੈ, ਉਹਨੂੰ ਅਚਰਜ ਨਾ ਮੰਨੋ। ਭਾਈ ਜੇਕਰ ਤੁਹਾਡੇ ਨਾਲ ਕੋਈ ਅਨੋਖੀ ਗੱਲ ਪਈ ਬੀਤਦੀ ਹੈ, ਸਗੋਂ ਜਿੰਨੇ ਕੁ ਤੁਸੀਂ ਮਸੀਹ ਦੇ ਕਿਸ ਵਿੱਚ ਸਾਂਝੀ ਹੁੰਦੇ ਹੋ, ਮਸੀਹ ਦੇ ਦੁੱਖਾਂ ਵਿੱਚ। ਮਸੀਹ ਨੇ ਸਾਨੂੰ ਬਚਾਉਣ ਲਈ ਦੁੱਖਾਂ ਨੂੰ ਸਹਿਨ ਕੀਤਾ। ਇਹੀ ਕਾਰਨ ਹੈ ਕਿ ਸਾਨੂੰ ਉਹਨਾਂ ਲੋਕਾਂ ਦੀ ਮੁਕਤੀ ਲਈ ਜੋ ਜਲਦੀ ਸੱਚਾਈ ਵਿੱਚ ਆਉਣਗੇ, ਮਸੀਹ ਦੇ ਦੁੱਖਾਂ ਵਿੱਚ ਸਾਂਝ ਲੈਣ ਤੋਂ ਖੁਸ਼ ਹੋਣਾ ਚਾਹੀਦਾ ਹੈ। ਆਓ ਅਸੀਂ ਵਚਨ 13 ਉੱਤੇ ਦੁਬਾਰਾ ਨਜ਼ਰ ਪਾਈਏ। ਸਗੋਂ ਜਿੰਨੇ ਕੋ ਤੁਸੀਂ ਮਸੀਹ ਦੇ ਦੁੱਖਾਂ ਵਿੱਚ ਸਾਂਝੀ ਹੋ, ਉਹਨਾਂ ਕੋ ਆਨੰਦ ਕਰੋ। ਭਾਈ ਉਹਦੇ ਤੇਜ ਦੇ ਪ੍ਰਕਾਸ਼ ਹੋਣ ਦੇ ਵੇਲੇ ਵੀ ਤੁਸੀਂ ਡਾਢੇ ਆਨੰਦ ਨਾਲ ਨਿਹਾਲ ਹੋਵੋ। ਜੇ ਮਸੀਹ ਦੇ ਨਾਮ ਦੇ ਕਾਰਨ ਤੁਹਾਨੂੰ ਬੋਲੀਆਂ ਵੱਜਣ ਤਾਂ ਧੰਨ ਹੋ, ਇਸ ਲਈ ਜੋ ਤੇਜ ਦਾ ਅਤੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਉੱਤੇ ਠਹਿਰਦਾ ਹੈ। ਪਰ ਇਹ ਨਾ ਹੋਵੇ ਜੋ ਤੁਹਾਡੇ ਵਿੱਚੋਂ ਕੋਈ ਖੂਨੀ ਜਾਂ ਚੋਰ ਜਾਂ ਬੁਰਿਆਰ ਜਾਂ ਹੋਰਨਾਂ ਦੇ ਕੰਮ ਵਿੱਚ ਲੱਤ ਅੜਾਉਣ ਵਾਲਾ ਹੋ ਕੇ ਦੁੱਖ ਪਾਵੇ। ਪਰ ਜੇ ਕੋਈ ਮਸੀਹ ਹੋਣ ਕਰਕੇ ਦੁੱਖ ਪਾਵੇ ਤਾਂ ਲੱਜਿਆਵਾਨ ਨਾ ਹੋਵੇ, ਸਗੋਂ ਇਸ ਨਾਮ ਦੇ ਕਾਰਨ ਪਰਮੇਸ਼ਵਰ ਦੀ ਵਡਿਆਈ ਕਰੋ, ਕਿਉਂ ਜੋ ਸਮਾਂ ਆ ਪਹੁੰਚਾ। ਭਾਈ ਪਰਮੇਸ਼ਵਰ ਦੇ ਘਰੋਂ ਨਿਆਂ ਸ਼ੁਰੂ ਹੋਵੇ, ਅਤੇ ਜੇ ਉਹ ਪਹਿਲਾਂ ਸਾਥੋਂ ਸ਼ੁਰੂ ਹੋਵੇ ਤਾਂ ਉਹਨਾਂ ਦਾ ਅੰਤ ਕੀ ਹੋਵੇਗਾ ਜਿਹੜੇ ਪਰਮੇਸ਼ਵਰ ਦੀ ਖੁਸ਼ਖਬਰੀ ਨੂੰ ਨਹੀਂ ਮੰਨਦੇ। ਜੇ ਧਰਮੀ ਮਰ ਮਰ ਕੇ ਬਚਦਾ ਹੈ ਤਾਂ ਭਗਤੀਹੀਨ ਅਤੇ ਪਾਪੀ ਦਾ ਕੀ ਟਿਕਾਣਾ। ਉਪਰੰਤ ਜਿਹੜੇ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਦੁੱਖ ਭੋਗਦੇ ਹਨ,
ਉਹ ਸ਼ੁਭ ਕਰਮ ਕਰਦੇ ਹੋਏ ਆਪਣੀਆਂ ਜਾਨਾਂ ਨੂੰ ਉਸ ਵਫਾਦਾਰ ਕਰਤਾਰ ਨੂੰ ਸੌਂਪ ਦੇਣ। ਇੱਥੇ ਅਸੀਂ ਵੱਖ-ਵੱਖ ਪ੍ਰਕਾਰ ਦੇ ਦੁੱਖਾਂ ਨੂੰ ਦੇਖ ਸਕਦੇ ਹਾਂ ਜਿਨ੍ਹਾਂ ਦਾ ਸਾਹਮਣਾ ਅਸੀਂ ਈਸਾਈ ਜੀਵਨ ਗੁਜ਼ਾਰਦੇ ਹੋਏ ਕਰਾਂਗੇ। ਜੋ ਲੋਕ ਮਸੀਹ ਦੇ ਪਿਆਰ ਅਤੇ ਬਲੀਦਾਨ ਦੇ ਸੱਚੇ ਮਤਲਬ ਨੂੰ ਸਮਝਦੇ ਹਨ, ਉਹ ਆਪਣੇ ਦੁੱਖਾਂ ਨੂੰ ਦੁੱਖ ਨਹੀਂ ਮੰਨਦੇ। ਦੁੱਖ ਕਦੀ ਵੀ ਉਹਨਾਂ ਦੇ ਵਿਸ਼ਵਾਸ ਵਿੱਚ ਥੋੜੀ ਜਿਹੀ ਵੀ ਰੁਕਾਵਟ ਜਾਂ ਨੁਕਸਾਨ ਨਹੀਂ ਪਹੁੰਚਾ ਸਕਦਾ। ਆਓ ਅਸੀਂ ਅਧਿਆਇ 5 ਤੇ ਜਾਈਏ। ਆਓ ਅਸੀਂ ਪਹਿਲਾ ਪਤਰਸ ਅਧਿਆਇ 5 ਵਚਨ 7 ਉੱਤੇ ਇੱਕ ਨਜ਼ਰ ਪਾਈਏ ਅਤੇ ਆਪਣੀ ਸਾਰੀ ਚਿੰਤਾ ਉਸ ਉੱਤੇ ਸੁੱਟ ਛੱਡੋ ਕਿਉਂ ਜੋ ਉਹਨੂੰ ਤੁਹਾਡਾ ਫਿਕਰ ਹੈ। ਸੁਚੇਤ ਹੋਵੋ, ਜਾਗਦੇ ਰਹੋ। ਤੁਹਾਡਾ ਵਿਰੋਧੀ ਸ਼ੈਤਾਨ ਭੁੱਖਦੇ ਸ਼ੀ ਵਾਂਗੂ ਪਾਲਦਾ ਫਿਰਦਾ ਹੈ, ਭਾਈ ਕਿਹਨੂੰ ਭੜਕਾਵਾਂ। ਤੁਸੀਂ ਆਪਣੀ ਨਿਹਚਾ ਵਿੱਚ ਤਕੜੇ ਹੋ ਕੇ ਉਹਦਾ ਸਾਹਮਣਾ ਕਰੋ, ਇਹ ਜਾਣ ਕੇ ਜੋ ਤੁਹਾਡੇ ਗੁਰ ਭਾਈ ਜਿਹੜੇ ਜਗਤ ਵਿੱਚ ਹਨ ਉਹਨਾਂ ਨੂੰ ਵੀ ਇਹੋ ਦੁੱਖ ਸਹਿਣੇ ਪੈਂਦੇ ਹਨ ਅਤੇ ਧਰਮ ਕਿਰਪਾਲੂ ਪਰਮੇਸ਼ਵਰ ਜਿਨੇ ਤੁਹਾਨੂੰ ਆਪਣੇ ਸਦੀਪਕ ਤੇਜ ਦੇ ਲਈ ਮਸੀਹ ਵਿੱਚ ਸੱਦਿਆ, ਜਦ ਤੁਸੀਂ ਥੋੜਾ ਚਿਰ ਦੁੱਖ ਭੋਗ ਲਿਆ ਤਾਂ ਆਪੇ ਤੁਹਾਨੂੰ ਕੀ ਕਰੇਗਾ? ਕਾਮਿਲ, ਕਾਇਮ ਅਤੇ ਤਗੜਿਆ ਕਰੇਗਾ। ਜਦੋਂ ਅਸੀਂ ਮਸੀਹ ਦੇ ਦੁੱਖ ਵਿੱਚ ਭਾਗ ਲੈਂਦੇ ਹਾਂ, ਫਿਰ ਹੀ ਅਸੀਂ ਕਾਮਿਲ ਅਰਥਾਤ ਸੰਪੂਰਨ ਕੀਤੇ ਜਾ ਸਕਦੇ ਹਾਂ। ਆਪੇ ਤੁਹਾਨੂੰ ਕਾਮਿਲ, ਕਾਇਮ ਅਤੇ ਤਗੜਿਆ ਕਰੇਗਾ। ਇਸ ਕਾਰਨ ਕਰਕੇ ਸਾਡੀ ਸਥਿਤੀਆਂ ਦੇ ਅਨੁਸਾਰ ਅਸਥਾਈ ਤੌਰ ਤੇ ਸਾਨੂੰ ਕੁਝ ਹੱਦ ਤੱਕ ਦੁੱਖ ਦਿੱਤਾ ਜਾਂਦਾ ਹੈ। ਜਦੋਂ ਵੀ ਰਸੂਲ ਪੌਲੁਸ ਨੂੰ ਦੁੱਖ ਦਾ ਸਾਹਮਣਾ ਕਰਨਾ ਪਵੇ, ਉਸਨੇ ਵਾਰ-ਵਾਰ ਇਸ ਗੱਲ ਤੇ ਜ਼ੋਰ ਦਿੱਤਾ, ਕੌਣ ਸਾਨੂੰ ਮਸੀਹ ਦੇ ਪਿਆਰ ਤੋਂ ਅੱਡ ਕਰੇਗਾ? ਬਿਪਤਾ ਜਾਂ ਕਸ਼ਟ ਜਾਂ ਹਨੇਰ? ਕਿਉਂਕਿ ਪੌਲੁਸ ਨੂੰ ਪਹਿਲਾਂ ਤੋਂ ਹੀ ਪਰਮੇਸ਼ਵਰ ਦੀ ਕਿਰਪਾ ਅਤੇ ਪ੍ਰਾਇਸ਼ਚਿਤ ਦੇ ਬਲੀਦਾਨ ਵਿੱਚ ਦਰਜ ਉਹਨਾਂ ਦੇ ਪਿਆਰ ਦਾ ਅਹਿਸਾਸ ਸੀ। ਉਹ ਮਸੀਹ ਲਈ ਜਿਉਣ ਅਤੇ ਇੱਥੋਂ ਤੱਕ ਕਿ ਮਰਨ ਲਈ ਵੀ ਦ੍ਰਿੜ ਸੀ। ਪੌਲੁਸ ਨੇ ਲਗਾਤਾਰ ਰਸੂਲਾਂ ਦੇ ਕਰਤੱਵ ਅਧਿਆਇ 20 ਅਤੇ 21 ਵਿੱਚ ਆਪਣਾ ਵਿਸ਼ਵਾਸ ਜਤਾਇਆ। ਭਾਵੇਂ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਅਤੇ ਮੁਸ਼ਕਲਾਂ ਸਾਡੇ ਸਾਹਮਣੇ ਆਉਂਦੀਆਂ ਹੋਣ, ਸਾਨੂੰ ਉਹਨਾਂ ਨੂੰ ਮੁਸ਼ਕਲਾਂ ਦੇ ਰੂਪ ਵਿੱਚ ਨਹੀਂ ਮੰਨਣਾ ਚਾਹੀਦਾ। ਇਸ ਦੇ ਬਜਾਏ ਆਓ ਅਸੀਂ ਸੋਚੀਏ ਕਿ ਸਾਡੇ ਪਾਪਾਂ ਨੂੰ ਮਾਫ ਕਰਨ ਲਈ ਸਾਡੇ ਪਰਮੇਸ਼ਵਰ ਨੂੰ ਕਿੰਨੇ ਜ਼ਿਆਦਾ ਸਮੇਂ ਤੱਕ ਦੁੱਖ ਭੋਗਣਾ ਪਿਆ ਹੋਵੇਗਾ। ਉਹਨਾਂ ਸਾਰੇ ਦਰਦਾਂ ਅਤੇ ਦੁੱਖਾਂ ਨੂੰ ਇਕੱਲੇ ਚੁੱਕਦੇ ਹੋਏ ਉਹਨਾਂ ਨੇ ਬਹੁਤ ਭਾਰੀ ਬੋਝ ਚੁੱਕਿਆ ਹੋਵੇਗਾ। ਉਹਨਾਂ ਦਾ ਕਸ਼ਟ ਕਿੰਨਾ ਵੱਡਾ ਰਿਹਾ ਹੋਵੇਗਾ। ਕੋਈ ਵੀ ਮੁਸ਼ਕਲ ਜਾਂ ਦੁੱਖ ਜੋ ਮੈਂ ਕਦੀ ਸਹਿਨ ਕੀਤਾ, ਉਸ ਦੀ ਤੁਲਨਾ ਕਿਸ ਦੇ ਨਾਲ ਕੀਤੀ ਜਾ ਸਕਦੀ ਹੈ? ਕਿ ਸਾਨੂੰ ਪਰਮੇਸ਼ਵਰ ਦੇ ਦੁੱਖ ਦੀ ਤੁਲਨਾ ਵਿੱਚ ਜਿਸ ਤੋਂ ਉਹ ਗੁਜ਼ਰੇ ਆਪਣੇ ਦੁੱਖ ਬਾਰੇ ਨਹੀਂ ਸੋਚਣਾ ਚਾਹੀਦਾ। ਇਸੇ ਕਰਕੇ ਪੌਲੁਸ ਨੇ ਪਹਿਲੇ ਚਰਚ ਦੇ ਸੰਤਾਂ ਨੂੰ ਕਿਹਾ, ਅਤੀਤ ਵਿੱਚ ਆਪਣੇ ਸਾਰੇ ਬਾਲਕਾਂ ਵਰਗੀਆਂ ਗੱਲਾਂ ਲਾ ਸੁੱਟੋ। ਆਓ ਅਸੀਂ ਸਭ ਇਸ ਤਰ੍ਹਾਂ ਬਾਲਕਾਂ ਵਰਗਾ ਵਿਸ਼ਵਾਸ ਛੱਡ ਦਈਏ। ਭਾਵੇਂ ਅਸੀਂ ਪਾਪੀ ਸੀ, ਫਿਰ ਵੀ ਪਰਮੇਸ਼ਵਰ ਨੇ ਸਾਨੂੰ ਨਹੀਂ ਤਿਆਗਿਆ ਅਤੇ ਸਾਡੇ ਤੋਂ ਘਿਰਨਾ ਨਹੀਂ ਕੀਤੀ। ਭਾਵੇਂ ਉਹ ਸਾਨੂੰ ਸਾਡੇ ਪਾਪ ਵਿੱਚ ਮਰਨ ਲਈ ਛੱਡ ਸਕਦੇ ਸੀ, ਪਰਮੇਸ਼ਵਰ ਸਵਰਗ ਵਿੱਚ ਵਡਿਆਈ ਅਤੇ ਸਿੰਘਾਸਨ ਨੂੰ ਛੱਡ ਕੇ ਖੁਦ ਇਸ ਧਰਤੀ ਉੱਤੇ ਆਏ ਅਤੇ ਇੱਕ ਹੋਮ ਬਲੀ ਦੇ ਰੂਪ ਵਿੱਚ ਬਲੀਦਾਨ ਕੀਤਾ। ਜਦ ਵੀ ਅਸੀਂ ਸਾਡੇ ਪ੍ਰਤੀ ਪਰਮੇਸ਼ਵਰ ਦੇ ਪਿਆਰ ਬਾਰੇ ਸੋਚਦੇ ਹਾਂ, ਫਿਰ ਇਹ ਸੋਚਣਾ ਚਾਹੀਦਾ ਹੈ, ਮੈਂ ਅਜਿਹਾ ਕੀ ਹਾਂ ਜੋ ਪਰਮੇਸ਼ਵਰ ਨੇ ਮੈਨੂੰ ਇੰਨਾ ਵੱਡਾ ਪਿਆਰ ਤੇ ਕਿਰਪਾ ਨੂੰ ਪਹਿਨਾਇਆ? ਮੈਂ ਕੀ ਹਾਂ ਕਿ ਉਹਨਾਂ ਨੇ ਸਵਰਗ ਦੀ ਵਡਿਆਈ ਨੂੰ ਪਿੱਛੇ ਛੱਡ ਦਿੱਤਾ ਅਤੇ ਮੇਰੀ ਤਰਸਯੋਗ ਆਤਮਾ ਨੂੰ ਲੱਭਣ ਲਈ ਧਰਤੀ ਉੱਤੇ ਆਏ। ਉਹਨਾਂ ਨੇ ਆਪਣੀ ਮਰਜ਼ੀ ਨਾਲ ਕਿਵੇਂ ਸਲੀਬ ਦੇ ਭਾਰੀ ਬੋਝ ਨੂੰ ਸਵੀਕਾਰ ਕੀਤਾ ਅਤੇ ਕਿਵੇਂ ਮੇਰੇ ਲਈ ਅਜਿਹੇ ਦੁੱਖ ਅਤੇ ਦਰਦ ਵਿੱਚ ਜਿਉਂਦੇ ਰਹੇ। ਇਸ ਕਿਸਮ ਦੀ ਭਾਵਨਾ ਨਾਲ ਪੌਲੁਸ ਨੇ ਕਿਹਾ, ਮੈਂ ਮਸੀਹ ਦੇ ਪਿਆਰ ਨੂੰ ਕਿਵੇਂ ਧੋਖਾ ਦੇ ਸਕਦਾ ਹਾਂ? ਭਾਵੇਂ ਮੇਰੇ ਗਲੇ ਵਿੱਚ ਤਲਵਾਰ ਹੈ ਜੋ ਮੈਨੂੰ ਧਮਕਾਉਂਦੀ ਹੈ ਜਾਂ ਅਕਾਲ ਜੋ ਮੈਨੂੰ ਡਰਾਉਂਦਾ ਹੈ, ਕੋਈ ਵੀ ਸ੍ਰਿਸ਼ਟੀ ਸਾਨੂੰ ਮਸੀਹ ਦੇ ਪਿਆਰ ਤੋਂ ਅੱਡ ਨਹੀਂ ਕਰ ਸਕਦੀ। ਇੱਕ ਵਾਰ ਜਦੋਂ ਅਸੀਂ ਪਰਮੇਸ਼ਵਰ ਦੇ ਇਸ ਅਸੀਮ ਪਿਆਰ ਨੂੰ ਸਮਝ ਲੈਂਦੇ ਹਾਂ, ਫਿਰ ਅਸੀਂ ਅਜਿਹੀ ਨਿਹਚਾ ਨੂੰ ਅਮਲ ਵਿੱਚ ਲਿਆਉਣ ਦੇ ਯੋਗ ਹੋਵਾਂਗੇ ਜੋ ਦੁਨੀਆ ਦੇ ਯੋਗ ਨਹੀਂ ਹੈ। ਜੇਕਰ ਕੋਈ ਪਹਿਲੇ ਚਰਚ ਦੇ ਸੰਤਾਂ ਦੇ ਜੀਵਨ ਦੀ ਸੱਤਾ ਦੀ ਨਕਲ ਕਰਦਾ ਹੈ, ਤਦ ਉਹਨਾਂ ਦਾ ਵਿਸ਼ਵਾਸ ਲੰਬੇ ਸਮੇਂ ਤੱਕ ਨਹੀਂ ਚੱਲ ਸਕਦਾ ਅਤੇ ਬਾਅਦ ਵਿੱਚ ਟੁੱਟ ਜਾਵੇਗਾ। ਇਹ ਹਕੀਕਤ ਦੀਆਂ ਕੰਧਾਂ ਨਾਲ ਟਕਰਾ ਕੇ ਡਿੱਗ ਜਾਵੇਗਾ। ਇਹੀ ਕਾਰਨ ਹੈ ਕਿ ਪਰਮੇਸ਼ਵਰ ਦੇ ਅਸੀਮ ਪਿਆਰ ਅਤੇ ਪਵਿੱਤਰ ਬਲੀਦਾਨ ਨੂੰ ਲੱਭਣਾ ਅਤੇ ਮਹਿਸੂਸ ਕਰਨਾ ਸਾਡੇ ਲਈ ਜ਼ਰੂਰੀ ਹੈ।
ਆਓ ਅਸੀਂ ਪਹਿਲਾ ਕੁਰਿੰਥੀਓ ਅਧਿਆਇ 13 ਵਿੱਚ ਇੱਕ ਹੋਰ ਵਚਨ ਦੇਖੀਏ ਅਤੇ ਅੱਜ ਦਾ ਵਿਸ਼ਾ ਸਮਾਪਤ ਕਰੀਏ। ਜਦ ਵੀ ਸਾਡਾ ਵਿਸ਼ਵਾਸ ਡਗਮਗਾਉਂਦਾ ਹੈ ਤਦ ਸਾਨੂੰ ਉਸ ਦੁੱਖ ਦਰਦ ਨੂੰ ਯਾਦ ਕਰਨਾ ਚਾਹੀਦਾ ਹੈ ਜਿਸ ਨੂੰ ਪਰਮੇਸ਼ਵਰ ਨੇ ਪ੍ਰਾਇਸ਼ਚਿਤ ਦੇ ਦਿਨ ਸਾਡੇ ਪਾਪਾਂ ਨੂੰ ਮਾਫ ਕਰਨ ਲਈ ਸਹਿਨ ਕੀਤਾ ਸੀ। ਆਓ ਅਸੀਂ ਆਪਣੇ ਗਿਆਨ ਦੀ ਕਮੀ ਅਤੇ ਬਾਲਕਾਂ ਦੇ ਵਿਸ਼ਵਾਸ ਕਰਕੇ ਵਿਸ਼ਵਾਸ ਵਿੱਚ ਨਾ ਹਿੱਲੀਏ, ਪਰ ਕਹੀਏ ਕੌਣ ਸਾਨੂੰ ਮਸੀਹ ਦੇ ਪਿਆਰ ਤੋਂ ਅੱਡ ਕਰੇਗਾ। ਇਸ ਮਾਨਸਿਕਤਾ ਅਤੇ ਵਿਸ਼ਵਾਸ ਨਾਲ ਆਓ ਅਸੀਂ ਸਿਯੋਨ ਦੀ ਅਜਿਹੀ ਸੰਤਾਨ ਬਣੀਏ ਜੋ ਪੂਰੀ ਦੁਨੀਆ ਵਿੱਚ ਖੁਸ਼ਖਬਰੀ ਦੇ ਅੰਤਮ ਮਿਸ਼ਨ ਨੂੰ ਪੂਰਾ ਕਰ ਸਕਦੀ ਹੈ। ਪਹਿਲਾ ਕੁਰਿੰਥੀਓ ਅਧਿਆਇ 13 ਵਚਨ 9। ਅਸੀਂ ਤਾਂ ਕੁਝ ਜਾਣਦੇ ਹਾਂ ਅਤੇ ਕੁਝ ਅੰਗਮ ਵਾਂਗ ਬੋਲਦੇ ਹਾਂ, ਪਰ ਜਦ ਸੰਪੂਰਨ ਆਵੇ ਤਦ ਅਧੂਰਾ ਮੁੱਕ ਜਾਵੇਗਾ। ਜਦ ਮੈਂ ਨਿਆਣਾ ਸਾਂ ਤਦ ਕਿਸ ਦੇ ਵਾਂਗੂ ਬੋਲਦਾ? ਨਿਆਣੇ ਵਾਂਗੂ ਬੋਲਦਾ, ਨਿਆਣੇ ਵਾਂਗੂ ਸਮਝਦਾ ਅਤੇ ਕਿਸ ਵਾਂਗੂ ਜਾਜਦਾ ਸਾਂ? ਨਿਆਣੇ ਵਾਂਗੂ ਜਾਜਦਾ ਸਾਂ। ਹੁਣ ਮੈਂ ਸਿਆਣਾ ਜੋ ਹੋਇਆ ਤਾਂ ਮੈਂ ਨਿਆਣਪੁਣੇ ਦੀਆਂ ਗੱਲਾਂ ਕੀ ਕੀਤੀਆਂ? ਉਸਨੇ ਸਾਰੀਆਂ ਨਿਆਣਪੁਣੇ ਦੀਆਂ ਗੱਲਾਂ ਛੱਡ ਦਿੱਤੀਆਂ। ਅਤੀਤ ਵਿੱਚ ਭਾਵੇਂ ਅਸੀਂ ਵਿਸ਼ਵਾਸ ਦਾ ਜੀਵਨ ਜੀ ਰਹੇ ਸੀ, ਅਸੀਂ ਨਹੀਂ ਜਾਣਦੇ ਸੀ ਕਿ ਸਾਨੂੰ ਪਰਮੇਸ਼ਰ ਉੱਤੇ ਵਿਸ਼ਵਾਸ ਕਰਨ ਦੀ ਲੋੜ ਕਿਉਂ ਹੈ ਜਾਂ ਸਾਨੂੰ ਦੁੱਖ ਕਿਉਂ ਸਹਿਣਾ ਚਾਹੀਦਾ ਹੈ। ਪਹਿਲਾਂ ਅਸੀਂ ਮਸੀਹ ਦੇ ਪਿਆਰ ਜਾਂ ਪਰਮੇਸ਼ਰ ਦੀ ਕਿਰਪਾ ਨੂੰ ਜਾਣੇ ਬਿਨਾਂ ਰਹਿੰਦੇ ਸੀ, ਪਰ ਹੁਣ ਜਿਵੇਂ ਕਿ ਅਸੀਂ ਮਸੀਹ ਦੇ ਪਿਆਰ ਨੂੰ ਜਾਣ ਗਏ ਹਾਂ, ਸਾਡਾ ਵਿਸ਼ਵਾਸ ਬਦਲ ਗਿਆ ਹੈ ਤਾਂ ਜੋ ਅਸੀਂ ਇਹ ਕਹਿ ਸਕੀਏ ਕਿ ਕੌਣ ਸਾਨੂੰ ਮਸੀਹ ਦੇ ਪਿਆਰ ਤੋਂ ਅੱਡ ਕਰੇਗਾ। ਜਦੋਂ ਸਾਡੇ ਕੋਲ ਨਿਆਣਿਆਂ ਵਰਗਾ ਵਿਸ਼ਵਾਸ ਸੀ, ਫਿਰ ਅਸੀਂ ਨਿਆਣਿਆਂ ਵਾਂਗੂ ਚੀਜ਼ਾਂ ਨੂੰ ਸਮਝਦੇ ਹੋਏ ਗੱਲ ਕੀਤੀ, ਸੋਚਿਆ ਅਤੇ ਪ੍ਰਗਟ ਕੀਤਾ, ਇਹ ਨਾ ਜਾਣਦੇ ਹੋਏ ਕਿ ਕਿਉਂ ਸਾਨੂੰ ਚਰਚ ਜਾਣਾ ਚਾਹੀਦਾ ਹੈ। ਅਸੀਂ ਸਿਰਫ ਉਸ ਵੇਲੇ ਚਰਚ ਜਾਂਦੇ ਸੀ ਜਦੋਂ ਕੋਈ ਸਾਨੂੰ ਲੈਣ ਆਉਂਦਾ ਸੀ, ਪਰ ਜਦੋਂ ਅਸੀਂ ਪਰਮੇਸ਼ਵਰ ਦੇ ਪਿਆਰ ਨੂੰ ਮਹਿਸੂਸ ਕਰਦੇ ਹਾਂ ਫਿਰ ਸਾਨੂੰ ਅਜਿਹਾ ਨਹੀਂ ਹੋਣਾ ਚਾਹੀਦਾ ਜਿਸ ਦਾ ਵਿਸ਼ਵਾਸ ਕਿਸੇ ਹੋਰ ਤੇ ਨਿਰਭਰ ਕਰਦਾ ਹੈ। ਜਦੋਂ ਅਸੀਂ ਛੋਟੇ ਸੀ ਤਦ ਅਸੀਂ ਨਿਆਣਿਆਂ ਵਾਂਗੂ ਸੋਚਦੇ ਸੀ, ਗੱਲ ਕਰਦੇ ਸੀ ਅਤੇ ਚੀਜ਼ਾਂ ਨੂੰ ਸਮਝਦੇ ਸੀ, ਪਰ ਪਰਮੇਸ਼ਵਰ ਦੇ ਪਿਆਰ ਨੂੰ ਸਮਝਣ ਨਾਲ ਅਸੀਂ ਸਿਆਣੇ ਬਾਲਕਾਂ ਦੇ ਰੂਪ ਵਿੱਚ ਦੁਬਾਰਾ ਪੈਦਾ ਹੋਏ ਹਾਂ। ਜਦੋਂ ਅਸੀਂ ਪਰਮੇਸ਼ਵਰ ਦੇ ਪਿਆਰ ਭਰੇ ਦਿਲ ਨਾਲ ਖੁਸ਼ਖਬਰੀ ਨੂੰ ਅੱਗੇ ਵਧਾਉਂਦੇ ਹਾਂ ਅਤੇ ਭਰਾਵਾਂ ਅਤੇ ਭੈਣਾਂ ਦੀ ਦੇਖਭਾਲ ਕਰਦੇ ਹਾਂ, ਫਿਰ ਅਸੀਂ ਕਦੀ ਨਹੀਂ ਥੱਕਾਂਗੇ। ਇਸ ਦੇ ਉਲਟ, ਜੇਕਰ ਅਸੀਂ ਖੁਸ਼ਖਬਰੀ ਨੂੰ ਪਿਆਰ ਭਰੇ ਦਿਲ ਤੋਂ ਬਿਨਾਂ ਕਰਦੇ ਹਾਂ, ਫਿਰ ਅਸੀਂ ਬੇਰਹਿਮ ਹੋ ਜਾਂਦੇ ਹਾਂ ਅਤੇ ਸਾਡੇ ਪੈਰ ਭਾਰੀ ਹੋ ਜਾਂਦੇ ਹਨ। ਇਸ ਮਾਮਲੇ ਵਿੱਚ ਅਸੀਂ ਸਿਰਫ ਦੂਸਰਿਆਂ ਦੇ ਵਿਸ਼ਵਾਸ ਦੇ ਜੀਵਨ ਦੀ ਨਕਲ ਕਰਾਂਗੇ ਅਤੇ ਸਭ ਕੁਝ ਭਾਰੀ ਲੱਗੇਗਾ। ਅੱਜ ਪ੍ਰਾਇਸ਼ਚਿਤ ਦੇ ਦਿਨ ਵਿੱਚ ਆਓ ਅਸੀਂ ਆਪਣੇ ਦਿਲਾਂ 'ਚ ਇੱਕ ਵਾਰ ਦੁਬਾਰਾ ਉਸ ਮਹਾਨ ਪਿਆਰ ਨੂੰ ਉਕਾਰੀਏ ਜੋ ਪਰਮੇਸ਼ਵਰ ਨੇ ਸਾਨੂੰ ਇਸ ਪਰਬ ਦੇ ਜ਼ਰੀਏ ਦਿੱਤਾ। ਪਿਤਾ ਅਤੇ ਮਾਤਾ ਜੀ ਨੇ ਪਾਪ ਬਲੀ ਦੇ ਰੂਪ ਵਿੱਚ ਆਪਣਾ ਬਲੀਦਾਨ ਕੀਤਾ। ਭਾਵੇਂ ਅਸੀਂ ਬਹੁਤ ਗੰਭੀਰ ਪਾਪ ਕੀਤੇ ਹਨ, ਉਹਨਾਂ ਨੇ ਸਵਰਗ ਵਿੱਚ ਆਪਣੇ ਪ੍ਰਤਾਪੀ ਸਿੰਘਾਸਨ ਨੂੰ ਪਿੱਛੇ ਛੱਡ ਦਿੱਤਾ ਅਤੇ ਸਾਨੂੰ ਸਵਰਗੀ ਸੰਤਾਨਾਂ ਉੱਤੇ ਡੂੰਘੀ ਕਿਰਪਾ ਪ੍ਰਦਾਨ ਕੀਤੀ। ਫਿਰ ਅਸੀਂ ਪਿਤਾ ਅਤੇ ਮਾਤਾ ਜੀ ਦੀ ਕਿਰਪਾ ਨੂੰ, ਜਿਨ੍ਹਾਂ ਨੇ ਇੰਨਾ ਬਲੀਦਾਨ ਕੀਤਾ, ਕਿਵੇਂ ਚੁਕਾ ਸਕਦੇ ਹਾਂ? ਕਿਉਂਕਿ ਪਰਮੇਸ਼ਵਰ ਚਾਹੁੰਦੇ ਹਨ ਕਿ ਸਾਰੇ ਲੋਕ ਪ੍ਰਾਇਸ਼ਚਿਤ ਕਰਨ। ਇਸ ਲਈ ਮੈਂ ਇਮਾਨਦਾਰੀ ਨਾਲ ਆਸ ਕਰਦਾ ਹਾਂ ਕਿ ਅਸੀਂ ਅਜਿਹੇ ਪਾਪੀ ਦੇ ਰੂਪ ਵਿੱਚ ਪਹਿਲਾਂ ਤੋਂ ਹੀ ਪ੍ਰਾਇਸ਼ਚਿਤ ਕਰ ਚੁੱਕੇ ਹਾਂ। ਆਪਣੇ ਪੂਰੇ ਮਨ ਅਤੇ ਦਿਲ ਨੂੰ ਸਾਰੀ ਮਨੁੱਖ ਜਾਤੀ ਨੂੰ ਪ੍ਰਾਇਸ਼ਚਿਤ ਕਰਾਉਣ ਵਿੱਚ ਸਮਰਪਿਤ ਕਰੀਏ। ਇਸ ਦੇ ਦੁਆਰਾ ਮੈਂ ਪ੍ਰਾਇਸ਼ਚਿਤ ਦੇ ਦਿਨ ਦਾ ਉਪਦੇਸ਼ ਸਮਾਪਤ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਧੰਨਵਾਦ।